ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਸੰਘੇੜਾ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਤੇ। ਕੈਨੇਡਾ ਵਾਲੇ ਮੁਫਤ ਕਰਵਾਉਣਗੇ ਦੰਦ ਠੀਕ, ਜਗਮੀਤ ਸਿੰਘ ਨੇ ਕੀਤਾ ਵਾਅਦਾ ਪੂਰਾ। ਬਜਟ ਵਿੱਚ ਇਮੀਗ੍ਰੇਸ਼ਨ ਬਾਰੇ ਐਲਾਨ, ਪੀਆਰ ਦੇ ਸਵਾਗਤ ਵਾਸਤੇ ਵੀ ਐਲਾਨ। ਪਹਿਲੀ ਵਾਰ ਘਰ ਖਰੀਦਣਾ ਹੋਇਆ ਸੌਖਾ, ਹੁਣ ਟੈਕਸ ਤੋਂ ਮਿਲੇਗੀ ਰਾਹਤ। ਸਰਕਾਰ ਨੇ ਕੀਤਾ ਬਜਟ ਪੇਸ਼, ਜਾਣੋ ਕੀ ਰਿਹਾ ਬਜਟ ਦੇ ਵਿੱਚ ਖਾਸ। ਕੈਨੇਡਾ ਵੱਲੋਂ ਭਾਰਤ ਨਾਲ ਉਡਾਨਾਂ ਬੰਦ, ਏਅਰ ਕੈਨੇਡਾ ਨੇ ਲਿਆ ਫੈਸਲਾ। ਜਗਮੀਤ ਸਿੰਘ ਹੁਣ ਕੈਨੇਡਾ ਵਾਲਿਆਂ ਦੇ ਮੁਫਤ ਵਿੱਚ ਦੰਦ ਠੀਕ ਕਰਵਾਉਣਗੇ। ਜੀ ਹਾਂ, ਬਜਟ ਦੇ ਵਿੱਚ ਡੈਂਟਲ ਕੇਅਰ ਪ੍ਰੋਗਰਾਮ ਦੇ ਲਈ ਵੱਡਾ ਐਲਾਨ ਕੀਤਾ ਗਿਆ। ਐਨਡੀਪੀ ਲੀਡਰ ਜਿਹੜੀ ਗੱਲ ਫੈਡਰਲ ਸਰਕਾਰ ਤੋਂ ਮਨਵਾਉਣਾ ਚਾਹੁੰਦੇ ਸਨ, ਉਹ ਹੁਣ ਸਰਕਾਰ ਵੱਲੋਂ ਪੂਰੀ ਕਰ ਲਈ ਗਈ ਹੈ, ਜਿਸ ਦੇ ਰਾਹੀਂ ਦੱਸਿਆ ਗਿਆ ਹੈ ਕਿ ਕੌਣ ਕੈਨੇਡਾ ਦੇ ਵਿੱਚ ਆਪਣੇ ਦੰਦ ਮੁਫਤ ਦੇ ਵਿੱਚ ਠੀਕ ਕਰਵਾ ਸਕਣਗੇ, ਜਾਣੀ ਕਿ ਕੌਣ ਡੈਂਟਲ ਕੇਅਰ ਪ੍ਰੋਗਰਾਮ ਦਾ ਮੁਫਤ ਵਿੱਚ ਲਾਹਾ ਲੈ ਸਕਦੇ ਨੇ। ਇਸ ਵਾਸਤੇ ਸਰਕਾਰ ਵੱਲੋਂ ਜਿਹੜੀਆਂ ਸ਼ਰਤਾਂ ਰੱਖੀਆਂ ਗਈਆਂ ਉਹ ਤੁਹਾਨੂੰ ਇਸ ਖਬਰ ਦੇ ਵਿੱਚ ਦੱਸਾਂਗੇ ਕਿ ਕੌਣ ਕੈਨੇਡਾ ਦੇ ਵਿੱਚ ਇਸ ਪ੍ਰੋਗਰਾਮ ਦਾ ਮੁਫਤ ਵਿੱਚ ਲਾਹਾ ਲੈ ਸਕਦੇ ਨੇ। ਐਨਡੀਪੀ ਲੀਡਰ ਜਗਮੀਤ ਸਿੰਘ ਹੁਣ ਕੈਨੇਡਾ ਵਾਸੀਆਂ ਦੇ ਮੁਫਤ ਵਿੱਚ ਦੰਦ ਠੀਕ ਕਰਵਾਉਣਗੇ। ਜੀ ਹਾਂ, ਅੱਜ ਦੇ ਬਜਟ ਦੇ ਵਿੱਚ ਕੁਝ ਅਜਿਹਾ ਹੀ ਵੱਡਾ ਐਲਾਨ ਨਿਕਲ ਕੇ ਸਾਹਮਣੇ ਆਇਆ। ਐਨਡੀਪੀ ਲੀਡਰ ਜਿਹੜੀ ਗੱਲ ਲਿਬਰਲ ਸਰਕਾਰ ਤੋਂ ਮਨਵਾਉਣਾ ਚਾਹੁੰਦੇ ਸਨ, ਉਹ ਸਰਕਾਰ ਵੱਲੋਂ ਬਜਟ ਦੇ ਰਾਹੀਂ ਮੰਨ ਲਈ ਗਈ ਹੈ। ਜਿਨ੍ਹਾਂ ਦੀ ਕੈਨੇਡਾ ਦੇ ਵਿੱਚ ਸਾਲਾਨਾ ਇਨਕਮ $70,000 ਤੋਂ ਘੱਟ ਹੈ, ਉਹਨਾਂ ਨੂੰ ਡੈਂਟਲ ਕੇਅਰ ਪ੍ਰੋਗਰਾਮ ਅਧੀਨ ਕੋਈ ਵੀ ਪੈਸਾ ਦੇਣ ਦੀ ਜ਼ਰੂਰਤ ਨਹੀਂ ਹੋਵੇਗੀ। ਇਹ ਗੱਲ ਬਜਟ ਦੇ ਵਿੱਚ ਕਹੀ ਗਈ ਹੈ। ਜਿਹੜੇ ਪਰਿਵਾਰਕ ਮੈਂਬਰਾਂ ਦੀ ਸਾਲਾਨਾ ਇਨਕਮ $70,000 ਤੋਂ $90,000 ਦੇ ਵਿਚਕਾਰ ਹੋਏਗੀ, ਉਹਨਾਂ ਨੂੰ ਇਸ ਕਵਰੇਜ ਵਾਸਤੇ ਕੋ-ਪੇ ਕਰਨਾ ਹੋਵੇਗਾ। ਪਰ $70,000 ਤੋਂ ਘੱਟ ਕਮਾਉਣ ਵਾਲਿਆਂ ਨੂੰ ਇਸ ਵਾਸਤੇ ਇੱਕ ਵੀ ਰੁਪਈਆ ਨਹੀਂ ਦੇਣਾ ਪਵੇਗਾ। ਦੱਸ ਦਈਏ ਕਿ ਫੈਡਰਲ ਚੋਣਾਂ ਦੇ ਵਿੱਚ ਲਗਾਤਾਰ ਐਨਡੀਪੀ ਲੀਡਰ ਜਗਮੀਤ ਸਿੰਘ ਇਸ ਗੱਲ ਨੂੰ ਚੁੱਕਦੇ ਰਹੇ ਨੇ, ਜਿੱਥੇ ਉਹਨਾਂ ਵੱਲੋਂ ਡੈਂਟਲ ਕੇਅਰ ਪ੍ਰੋਗਰਾਮ ਸੰਬੰਧੀ ਲਗਾਤਾਰ ਜ਼ਿਕਰ ਕੀਤਾ ਜਾਂਦਾ ਸੀ। ਪਿਛਲੇ ਦਿਨੀ ਉਹਨਾਂ ਵੱਲੋਂ ਲਿਬਰਲ ਪਾਰਟੀ ਦੇ ਨਾਲ ਇੱਕ ਡੀਲ ਕੀਤੀ ਗਈ, ਜਿਸ ਵਿੱਚ ਉਹਨਾਂ ਨੇ ਬਦਲੇ ਦੇ ਵਿੱਚ ਜੋ ਮੰਗਿਆ ਉਹ ਪੂਰਾ ਹੋ ਗਿਆ। ਡੀਲ ਦੇ ਮੁਤਾਬਕ ਇਹ ਤੈਅ ਹੋਇਆ ਕਿ ਐਨਡੀਪੀ ਪਾਰਟੀ 2025 ਤੱਕ ਲਿਬਰਲਸ ਨੂੰ ਸਪੋਰਟ ਕਰੇਗੀ ਤਾਂ ਕਿ ਉਹ ਸੱਤਾ ਦੇ ਵਿੱਚ ਰਹਿਣ, ਪਰ ਬਦਲੇ ਵਿੱਚ ਉਹਨਾਂ ਨੂੰ ਡੈਂਟਲ ਕੇਅਰ ਪ੍ਰੋਗਰਾਮ ਲੈ ਕੇ ਆਉਣਾ ਜ਼ਰੂਰੀ ਹੋਵੇਗਾ। ਜਗਮੀਤ ਸਿੰਘ ਵੱਲੋਂ ਪਿਛਲੇ ਦਿਨੀ ਇਹ ਸਪਸ਼ਟ ਕਰ ਦਿੱਤਾ ਗਿਆ ਸੀ ਕਿ ਉਹ ਬਜਟ ਦੇ ਵਿੱਚ ਕਿਹੜੀਆਂ ਚੀਜ਼ਾਂ ਦੇਖਣੀਆਂ ਚਾਹੁੰਦੇ ਹਨ। ਜਾਣਕਾਰੀ ਮੁਤਾਬਕ ਬਜਟ ਦੇ ਵਿੱਚ ਜਿਹੜੀਆਂ ਗੱਲਾਂ ਦਾ ਜ਼ਿਕਰ ਕੀਤਾ ਗਿਆ, ਉਸ ਮੁਤਾਬਕ ਇਸ ਸਾਲ ਦੇ ਆਖਿਰ ਤੱਕ 12 ਸਾਲ ਤੇ ਇਸ ਤੋਂ ਘੱਟ ਉਮਰ ਵਾਲੇ ਬੱਚਿਆਂ ਨੂੰ ਨਵੀਂ ਡੈਂਟਲ ਕੇਅਰ ਕਵਰੇਜ ਪਲਾਨ ਦੇ ਵਿੱਚ ਸ਼ਾਮਿਲ ਕਰ ਲਿਆ ਜਾਵੇਗਾ। ਇਸ ਵਾਸਤੇ ਜ਼ਰੂਰੀ ਹੈ ਕਿ ਉਹਨਾਂ ਦੀ ਸਾਲਾਨਾ ਇਨਕਮ $70,000 ਤੋਂ ਘੱਟ ਹੋਵੇ। ਜਿਸ ਵੇਲੇ ਐਨਡੀਪੀ ਪਾਰਟੀ ਤੇ ਲਿਬਰਲ ਪਾਰਟੀ ਵੱਲੋਂ ਆਪਸ ਦੇ ਵਿੱਚ ਡੀਲ ਕੀਤੀ ਗਈ ਤਾਂ ਇਸ ਬਾਰੇ ਕੰਜ਼ਰਵੇਟਿਵ ਇੰਟਰਿਮ ਲੀਡਰ ਵੀ ਬੋਲੇ ਸਨ, ਜਿਨ੍ਹਾਂ ਵੱਲੋਂ ਇਸ ਡੀਲ ਨੂੰ ਗਲਤ ਦੱਸਿਆ ਗਿਆ ਸੀ। ਫੈਡਰਲ ਸਰਕਾਰ ਵੱਲੋਂ ਅੱਜ ਬਜਟ ਪੇਸ਼ ਕੀਤਾ ਗਿਆ, ਜਿਸ ਵਿੱਚ ਕਾਫੀ ਗੱਲਾਂ ਨਿਕਲ ਕੇ ਸਾਹਮਣੇ ਆਈਆਂ। ਇਸ ਬਜਟ ਦੇ ਵਿੱਚ ਡੈਂਟਲ ਕੇਅਰ ਪ੍ਰੋਗਰਾਮ ਦਾ ਜ਼ਿਕਰ ਕੀਤਾ ਗਿਆ। ਹਾਊਸ ਅਫੋਰਡੇਬਿਲਟੀ ਨੂੰ ਲੈ ਕੇ ਵੀ ਵੱਡਾ ਐਲਾਨ ਸਰਕਾਰ ਵੱਲੋਂ ਕੀਤਾ ਗਿਆ। ਕਿਸ ਚੀਜ਼ ਦੇ ਵਾਸਤੇ ਫੈਡਰਲ ਸਰਕਾਰ ਵੱਲੋਂ ਕਿੰਨੀ ਇਨਵੈਸਟਮੈਂਟ ਦਾ ਵਾਅਦਾ ਕੀਤਾ ਗਿਆ, ਤੁਹਾਡੇ ਨਾਲ ਸਾਰੀ ਡਿਟੇਲ ਸਾਂਝੀ ਕਰਾਂਗੇ ਇਸ ਖਬਰ ਵਿੱਚ। ਫੈਡਰਲ ਸਰਕਾਰ ਵੱਲੋਂ ਅੱਜ ਬਜਟ ਪੇਸ਼ ਕੀਤਾ ਗਿਆ। ਇਸ ਮੌਕੇ ਵਿੱਤ ਮੰਤਰੀ ਫ੍ਰੀਲੈਂਡ ਵੱਲੋਂ ਕਾਫੀ ਗੱਲਾਂ ਦਾ ਬਜਟ ਦੇ ਰਾਹੀਂ ਜ਼ਿਕਰ ਕੀਤਾ ਗਿਆ। ਇਸ ਬਜਟ ਵਿੱਚ ਕੈਨੇਡਾ ਹਾਊਸਿੰਗ ਅਤੇ ਮਾਰਗੇਜ ਕਾਰਪੋਰੇਸ਼ਨ ਵਾਸਤੇ ਅਗਲੇ 5 ਸਾਲਾਂ ਲਈ $4 ਬਿਲੀਅਨ ਤੋਂ ਵੱਧ ਰੱਖੇ ਗਏ। CMHC's ਰੈਪਿਡ ਹਾਊਸਿੰਗ ਇਨੀਸ਼ੀਏਟਿਵ ਦੇ ਵਾਸਤੇ $1.5 ਬਿਲੀਅਨ ਤੋਂ ਵੱਧ ਰੱਖੇ ਗਏ ਹਨ, ਜਿਸ ਨਾਲ 6,000 ਨਵੇਂ ਅਫੋਰਡੇਬਲ ਹਾਊਸਿੰਗ ਯੂਨਿਟ ਬਣਾਏ ਜਾਣਗੇ। ਚਾਈਲਡ ਕੇਅਰ ਵਾਸਤੇ $625 ਮਿਲੀਅਨ ਰੱਖੇ ਗਏ, ਜੋ ਕਿ 4 ਸਾਲਾਂ ਲਈ ਹੋਣਗੇ। ਇਸ ਦੀ ਸ਼ੁਰੂਆਤ 2023 ਤੋਂ ਹੋਣ ਜਾ ਰਹੀ ਹੈ। ਇਸ ਨਾਲ ਵੱਖ-ਵੱਖ ਸੂਬੇ ਅਤੇ ਟੈਰੀਟਰੀਜ਼ ਨੂੰ ਫਾਇਦਾ ਹੋਣ ਵਾਲਾ ਹੈ। ਇੰਡੀਪੈਂਡੈਂਟ ਫੈਡਰਲ ਇਨੋਵੇਸ਼ਨ ਅਤੇ ਇਨਵੈਸਟਮੈਂਟ ਏਜੰਸੀ ਦੇ ਵਾਸਤੇ ਅਗਲੇ 5 ਸਾਲਾਂ ਲਈ $1 ਬਿਲੀਅਨ ਦੇ ਕਰੀਬ ਰੱਖੇ ਗਏ। ਕੈਨੇਡੀਅਨ ਆਰਮਡ ਫੋਰਸਿਸ ਅਤੇ ਹੋਰ ਕਈ ਚੀਜ਼ਾਂ ਵਾਸਤੇ $1 ਬਿਲੀਅਨ ਦਾ ਵਾਅਦਾ ਕੀਤਾ ਗਿਆ ਹੈ। ਯੂਕਰੇਨੀਅਨ ਸਰਕਾਰ ਵਾਸਤੇ ਨਵੇਂ ਲੋਨ ਰਿਸੋਰਸਿਸ ਵਾਸਤੇ $1 ਬਿਲੀਅਨ ਤੋਂ ਵੱਧ ਰੱਖੇ ਗਏ। ਫਰਸਟ ਨੇਸ਼ਨਸ ਚਿਲਡਰਨ ਵਾਸਤੇ ਵੀ ਬਜਟ ਦੇ ਵਿੱਚ ਐਲਾਨ ਕੀਤਾ ਗਿਆ, ਜਿੱਥੇ ਉਹਨਾਂ ਦੀ ਹੈਲਥ, ਐਜੂਕੇਸ਼ਨ ਤੇ ਸੋਸ਼ਲ ਸਰਵਿਸਿਜ਼ ਵਾਸਤੇ ਅਗਲੇ 6 ਸਾਲਾਂ ਲਈ $4 ਬਿਲੀਅਨ ਦਾ ਵਾਅਦਾ ਕੀਤਾ ਗਿਆ ਹੈ। ਕੈਨੇਡੀਅਨਸ ਨੂੰ ਡੈਂਟਲ ਕੇਅਰ ਦੇਣ ਵਾਸਤੇ ਸਰਕਾਰ ਵੱਲੋਂ $5.3 ਬਿਲੀਅਨ ਦਾ ਐਲਾਨ ਕੀਤਾ ਗਿਆ, ਜੋ ਕਿ ਅਗਲੇ 5 ਸਾਲਾਂ ਵਾਸਤੇ ਹੋਵੇਗੀ। ਜ਼ੀਰੋ ਐਮਿਸ਼ਨ ਵਹੀਕਲਸ ਵਾਸਤੇ $1.7 ਬਿਲੀਅਨ ਰੱਖੇ ਗਏ ਨੇ, ਜੋ ਕਿ ਅਗਲੇ 5 ਸਾਲਾਂ ਵਾਸਤੇ ਹੋਣਗੇ। ਹਾਊਸ ਅਫੋਰਡੇਬਿਲਟੀ ਕੈਨੇਡਾ ਦੇ ਵਿੱਚ ਇੱਕ ਵੱਡਾ ਮੁੱਦਾ ਰਿਹਾ ਹੈ। ਇਸ ਵਾਰ ਦੀਆਂ ਫੈਡਰਲ ਚੋਣਾਂ ਦੇ ਵਿੱਚ ਵੀ ਲੀਡਰ ਲਗਾਤਾਰ ਇਸ ਦਾ ਜ਼ਿਕਰ ਕਰਦੇ ਹੋਏ ਤੇ ਆਮ ਲੋਕਾਂ ਨਾਲ ਵਾਅਦਾ ਕਰਦੇ ਹੋਏ ਦਿਖਾਈ ਦਿੱਤੇ। ਪਰ ਹੁਣ ਜਿਹੜੇ ਪਹਿਲੀ ਵਾਰ ਕੈਨੇਡਾ ਵਿੱਚ ਘਰ ਖਰੀਦਣਗੇ ਉਹਨਾਂ ਨੂੰ ਫਾਇਦਾ ਹੋਣ ਵਾਲਾ ਹੈ। ਇਹ
ਇੱਕ ਸੇਵਿੰਗ ਅਕਾਊਂਟ ਦਾ ਸਰਕਾਰ ਵੱਲੋਂ ਬਜਟ ਦੇ ਵਿੱਚ ਜ਼ਿਕਰ ਕੀਤਾ ਗਿਆ ਜੋ ਕਿ ਟੈਕਸ ਫ੍ਰੀ ਹੋਵੇਗੀ। ਹੁਣ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ ਕਿਵੇਂ ਫਾਇਦਾ ਹੋਵੇਗਾ ਤੇ ਬਜਟ ਵਿੱਚ ਇਸ ਬਾਰੇ ਕੀ ਐਲਾਨ ਕੀਤਾ ਗਿਆ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਹਾਊਸ ਅਫੋਰਡੇਬਿਲਟੀ ਨੂੰ ਲੈ ਕੇ ਅੱਜ ਦੇ ਬਜਟ ਦੇ ਵਿੱਚ ਕੁਝ ਖਾਸ ਗੱਲਾਂ ਦਾ ਜ਼ਿਕਰ ਕੀਤਾ ਗਿਆ। ਬਜਟ 2022 ਦੇ ਵਿੱਚ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਨੂੰ ਰਾਹਤ ਦਿੱਤੀ ਗਈ ਹੈ ਤੇ ਫਰਸਟ ਟਾਈਮ ਹੋਮ ਬਾਇਰਸ ਵਾਸਤੇ ਟੈਕਸ ਫ੍ਰੀ ਸੇਵਿੰਗ ਅਕਾਊਂਟ ਆ ਰਿਹਾ ਹੈ। ਅਗਲੇ 5 ਸਾਲਾਂ ਦੌਰਾਨ ਫੈਡਰਲ ਸਰਕਾਰ ਵੱਲੋਂ ਹਾਊਸਿੰਗ ਦੇ ਉੱਪਰ 10.14 ਬਿਲੀਅਨ ਡਾਲਰ ਖਰਚ ਕੀਤੇ ਜਾਣਗੇ। ਸਰਕਾਰ ਦਾ ਕਹਿਣਾ ਹੈ ਕਿ ਇਸ ਦੇ ਨਾਲ ਘਰਾਂ ਨੂੰ ਹੋਰ ਵੀ ਅਫੋਰਡੇਬਲ ਬਣਾਇਆ ਜਾ ਸਕੇਗਾ ਤੇ ਜਿਨ੍ਹਾਂ ਨੇ ਪਹਿਲੀ ਵਾਰ ਘਰ ਖਰੀਦਣਾ ਹੈ ਉਹਨਾਂ ਨੂੰ ਇਸ ਨਾਲ ਮਦਦ ਹੋਵੇਗੀ। ਇਸ ਬਜਟ ਦੇ ਵਿੱਚ ਯੋਜਨਾ ਤਿਆਰ ਕੀਤੀ ਗਈ ਹੈ ਤਾਂ ਕਿ ਨਵਾਂ ਟੈਕਸ ਫ੍ਰੀ ਹੋਮ ਸੇਵਿੰਗ ਅਕਾਊਂਟ ਬਣਾਇਆ ਜਾ ਸਕੇ ਜਿਸ ਨਾਲ ਉਹਨਾਂ ਕੈਨੇਡੀਅਨਸ ਦੀ ਮਦਦ ਹੋਵੇਗੀ ਜਿਹੜੇ ਕਿ ਘਰ ਖਰੀਦਣਾ ਚਾਹੁੰਦੇ ਨੇ। ਇਸ ਤੋਂ ਇਲਾਵਾ ਰੀਅਲ ਏਸਟੇਟਸ ਨੂੰ ਉਮੀਦ ਹੈ ਕਿ ਉਹ ਇਸ ਨਾਲ ਸਾਲਾਨਾ $8,000 ਤੇ ਜ਼ਿਆਦਾ ਤੋਂ ਜ਼ਿਆਦਾ $40,000 ਸੇਵ ਕਰ ਸਕਣਗੇ। ਨਵੇਂ ਸੇਵਿੰਗ ਅਕਾਊਂਟ ਦੇ ਨਾਲ ਇਹ ਹੋਵੇਗਾ ਕਿ ਇਸ ਵਿੱਚੋਂ ਜਿਹੜੀ ਵੀ ਰਕਮ ਕਢਵਾਈ ਜਾਵੇਗੀ ਉਹ ਨਾਨ ਟੈਕਸੇਬਲ ਹੋਵੇਗੀ। ਕੰਟਰੀਬਿਊਟਰਸ ਵੀ ਟੈਕਸ ਡਿਡਕਟੇਬਲ ਹੋਣਗੇ ਜਿਵੇਂ ਕਿ ਰਜਿਸਟਰਡ ਰਿਟਾਇਰਮੈਂਟ ਸੇਵਿੰਗ ਪਲਾਨ ਦੇ ਵਿੱਚ ਹੁੰਦਾ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਜਿਹੜੇ ਸੇਵਿੰਗ ਅਕਾਊਂਟ ਦਾ ਜ਼ਿਕਰ ਬਜਟ ਦੇ ਵਿੱਚ ਕੀਤਾ ਗਿਆ ਇਸ ਨੂੰ 2023 ਦੇ ਵਿੱਚ ਰੋਲ ਆਊਟ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਹਾਊਸ ਅਫੋਰਡੇਬਿਲਟੀ ਇੱਕ ਵੱਡਾ ਮੁੱਦਾ ਬਣਿਆ ਹੋਇਆ ਹੈ। ਇਸ ਵਾਰ ਦੀਆਂ ਫੈਡਰਲ ਚੋਣਾਂ ਦੇ ਵਿੱਚ ਵੀ ਹਾਊਸ ਅਫੋਰਡੇਬਿਲਟੀ ਇੱਕ ਵੱਡਾ ਮੁੱਦਾ ਬਣਿਆ ਰਿਹਾ ਜਿਸ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਵੱਲੋਂ ਕਈ ਤਰ੍ਹਾਂ ਦੇ ਵਾਅਦੇ ਕੀਤੇ ਗਏ ਸਨ। ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਘਰਾਂ ਦੀਆਂ ਕੀਮਤਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ। ਪਿਛਲੇ ਦਿਨੀ ਵੈਨਕੂਵਰ ਤੋਂ ਇੱਕ ਜਾਣਕਾਰੀ ਸਾਹਮਣੇ ਆਈ ਸੀ ਜਿਸ ਵਿੱਚ ਦੱਸਿਆ ਗਿਆ ਕਿ ਇੱਥੇ ਘਰਾਂ ਦੀਆਂ ਕੀਮਤਾਂ ਲਗਾਤਾਰ ਵੱਧ ਹੋ ਰਹੀਆਂ ਨੇ ਪਰ ਮਾਰਚ ਮਹੀਨੇ ਦੌਰਾਨ ਘਰਾਂ ਦੀ ਸੇਲ ਕਾਫੀ ਘੱਟ ਹੋਈ ਹੈ। ਬਜਟ ਤੋਂ ਪਹਿਲਾਂ ਘਰਾਂ ਨੂੰ ਲੈ ਕੇ ਵੀ ਕਈ ਤਰ੍ਹਾਂ ਦੀਆਂ ਕਿਆਸ ਆਰਾਈਆਂ ਲਗਾਈਆਂ ਜਾ ਰਹੀਆਂ ਸਨ ਜਿੱਥੇ ਕਿਹਾ ਜਾ ਰਿਹਾ ਸੀ ਕਿ ਫੋਰਨ ਬਾਇਰਸ ਦੇ ਉੱਪਰ ਰੋਕ ਲਗਾਈ ਜਾ ਸਕਦੀ ਹੈ ਜਿਸ ਨੂੰ ਲੈ ਕੇ ਐਕਸਪਰਟਸ ਵੀ ਆਪਣੇ ਵਿਚਾਰ ਸਾਂਝੇ ਕਰ ਰਹੇ ਸਨ। ਇਹਨਾਂ ਐਕਸਪਰਟਸ ਵੱਲੋਂ ਕਿਹਾ ਗਿਆ ਕਿ ਜੇਕਰ ਇਸ ਤਰ੍ਹਾਂ ਦੀ ਕੋਈ ਰੋਕ ਬਜਟ ਦੇ ਰਾਹੀਂ ਲਗਾਈ ਜਾਂਦੀ ਹੈ ਤਾਂ ਇਸ ਦਾ ਕੋਈ ਵੀ ਅਸਰ ਮੈਟਰੋ ਵੈਨਕੂਵਰ ਪ੍ਰਾਈਸਿਸ ਦੇ ਉੱਪਰ ਨਹੀਂ ਪੈਣ ਵਾਲਾ। ਇਮੀਗ੍ਰੇਸ਼ਨ ਲਈ ਵੀ ਕਾਫੀ ਗੱਲਾਂ ਦਾ ਜ਼ਿਕਰ ਅੱਜ ਦੇ ਬਜਟ ਦੇ ਵਿੱਚ ਕੀਤਾ ਗਿਆ। ਬਜਟ ਦੇ ਵਿੱਚ ਕਾਫੀ ਇਨਵੈਸਟਮੈਂਟ ਦਾ ਵਾਅਦਾ ਇਮੀਗ੍ਰੇਸ਼ਨ ਦੇ ਲਈ ਵੀ ਕੀਤਾ ਗਿਆ ਚਾਹੇ ਉਹ ਟੈਂਪਰੇਰੀ ਫੋਰਨ ਵਰਕਰਸ ਪ੍ਰੋਗਰਾਮ ਹੋਵੇ ਜਾਂ ਫਿਰ ਐਕਸਪ੍ਰੈਸ ਐਂਟਰੀ ਡਰਾ ਦੀ ਗੱਲ। ਫਾਈਲਾਂ ਦੀ ਪ੍ਰੋਸੈਸਿੰਗ ਦੇ ਬਾਰੇ ਵੀ ਬਜਟ ਦੇ ਵਿੱਚ ਕਾਫੀ ਗੱਲਾਂ ਨਿਕਲ ਕੇ ਸਾਹਮਣੇ ਆਈਆਂ। ਕਿਸ ਚੀਜ਼ ਦੇ ਵਾਸਤੇ ਕਿੰਨੀ ਇਨਵੈਸਟਮੈਂਟ ਦਾ ਵਾਅਦਾ ਸਰਕਾਰ ਵੱਲੋਂ ਕੀਤਾ ਗਿਆ ਤੇ ਇਮੀਗ੍ਰੇਸ਼ਨ ਲਈ ਕੀ ਵੱਡੇ ਐਲਾਨ ਬਜਟ ਦੇ ਰਾਹੀਂ ਕੀਤੇ ਗਏ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਫੈਡਰਲ ਸਰਕਾਰ ਵੱਲੋਂ ਜਿਹੜਾ ਬਜਟ ਪੇਸ਼ ਕੀਤਾ ਗਿਆ ਉਸ ਵਿੱਚ ਇਮੀਗ੍ਰੇਸ਼ਨ ਬਾਰੇ ਵੀ ਕਈ ਗੱਲਾਂ ਨਿਕਲ ਕੇ ਸਾਹਮਣੇ ਆਈਆਂ। ਫੈਡਰਲ ਸਰਕਾਰ ਦੇ ਇਸ ਬਜਟ ਦੇ ਵਿੱਚ ਐਕਸਪ੍ਰੈਸ ਐਂਟਰੀ TFWP ਐਪਲੀਕੇਸ਼ਨ ਦੀ ਪ੍ਰੋਸੈਸਿੰਗ ਨੂੰ ਲੈ ਕੇ ਕਾਫੀ ਗੱਲਾਂ ਦਾ ਜ਼ਿਕਰ ਕੀਤਾ ਗਿਆ। ਬਜਟ ਦੇ ਵਿੱਚ ਐਕਸਪ੍ਰੈਸ ਐਂਟਰੀ ਲੈਵਲ ਦੇ ਲਈ ਜੋ ਐਲਾਨ ਕੀਤਾ ਗਿਆ ਉਸ ਮੁਤਾਬਕ ਇਮੀਗ੍ਰੇਸ਼ਨ ਮੰਤਰੀ ਮਿਨਿਸਟਰੀਅਲ ਇੰਸਟਰਕਸ਼ਨਸ ਦੀ ਵਰਤੋਂ ਕਰ ਸਕਣਗੇ ਤਾਂ ਕਿ ਉਹਨਾਂ ਉਮੀਦਵਾਰਾਂ ਦੀ ਚੋਣ ਕੀਤੀ ਜਾ ਸਕੇ ਜਿਹੜੇ ਕੈਨੇਡਾ ਲੇਬਰ ਮਾਰਕੀਟ ਨੀਡਸ ਨੂੰ ਪੂਰਾ ਕਰਨ। ਇਸ ਤੋਂ ਇਲਾਵਾ ਇਸ ਬਾਰੇ ਵਧੇਰੇ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਬਜਟ ਵਿੱਚ ਇਮੀਗ੍ਰੇਸ਼ਨ ਲੈਵਲਸ ਪਲਾਨ ਦੇ ਲਈ ਵੀ ਐਲਾਨ ਕੀਤਾ ਗਿਆ ਜਿੱਥੇ ਸਾਲਾਨਾ 4 ਲੱਖ ਤੋਂ ਵੱਧ ਨਵੇਂ PR ਦਾ ਸਵਾਗਤ ਕਰਨ ਵਾਸਤੇ ਸਰਕਾਰ ਵੱਲੋਂ ਅਗਲੇ 5 ਸਾਲਾਂ ਲਈ $2.1 ਬਿਲੀਅਨ ਤੋਂ ਵੱਧ ਦਾ ਵਾਅਦਾ ਕੀਤਾ ਗਿਆ ਹੈ। ਟੈਂਪਰੇਰੀ ਫੋਰਨ ਵਰਕਰਸ ਪ੍ਰੋਗਰਾਮ ਵਾਸਤੇ ਸਰਕਾਰ ਅਗਲੇ 3 ਸਾਲਾਂ ਲਈ $29.3 ਮਿਲੀਅਨ ਇਨਵੈਸਟ ਕਰੇਗੀ। ਇਸ ਨਾਲ ਟਰਸਟਡ ਇੰਪਲੋਇਰ ਮਾਡਲ ਬਣਾਇਆ ਜਾਵੇਗਾ ਜਿਸ ਬਾਰੇ ਜਲਦ ਹੀ ਬਾਕੀ ਦੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਇਸ ਤੋਂ ਇਲਾਵਾ ਨਵੇਂ ਸਟ੍ਰੀਮਲਾਈਨਡ TFWP ਜੋ ਕਿ ਐਗਰੀਕਲਚਰ ਅਤੇ ਫਿਸ਼ਿੰਗ ਪ੍ਰੋਸੈਸਿੰਗ ਇੰਪਲੋਇਰਸ ਵਾਸਤੇ ਹੋਵੇਗਾ ਉਸ ਲਈ ਵੀ ਸਰਕਾਰ ਵੱਲੋਂ $48.2 ਮਿਲੀਅਨ ਇਨਵੈਸਟ ਕਰਨ ਦਾ ਵਾਅਦਾ ਕੀਤਾ ਗਿਆ। ਇੰਪਲੋਇਰ ਐਪਲੀਕੇਸ਼ਨ ਦੀ ਕੈਪੈਸਿਟੀ ਵਧਾਉਣ ਵਾਸਤੇ ਵੀ ਸਰਕਾਰ ਵੱਲੋਂ $64.6 ਮਿਲੀਅਨ ਅਗਲੇ 3 ਸਾਲਾਂ ਲਈ ਰੱਖੇ ਜਾ ਰਹੇ ਨੇ। ਕੈਨੇਡਾ ਆਉਣ ਵਾਲੇ ਵਿਜ਼ਿਟਰਸ ਵਾਸਤੇ ਵੀ ਇਸ ਬਜਟ ਦੇ ਵਿੱਚ ਖਾਸ ਜ਼ਿਕਰ ਕੀਤਾ ਗਿਆ ਜਿੱਥੇ ਅਗਲੇ 5 ਸਾਲਾਂ ਲਈ $187.3 ਮਿਲੀਅਨ ਖਰਚ ਕੀਤੇ ਜਾਣਗੇ। ਇਸ ਦੇ ਨਾਲ ਹੀ $37.2 ਮਿਲੀਅਨ ਟੈਕਨੋਲੋਜੀ ਅਤੇ ਹੋਰ ਚੀਜ਼ਾਂ ਦੇ ਸੁਧਾਰ ਵਾਸਤੇ ਸਪੈਂਡ ਕੀਤੇ ਜਾਣਗੇ। ਕੈਨੇਡਾ ਤੋਂ ਭਾਰਤ ਨਾਲ ਉਡਾਨਾਂ ਸੰਬੰਧੀ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਭਾਰਤ ਦੇ ਨਾਲ ਉਡਾਨਾਂ ਦੇ ਉੱਪਰ ਰੋਕ ਲਗਾਈ ਜਾ ਰਹੀ ਹੈ। ਏਅਰ ਕੈਨੇਡਾ ਵੱਲੋਂ ਵੱਡਾ ਐਲਾਨ ਕਰਦਿਆਂ ਕਿਹਾ ਗਿਆ ਕਿ ਵੈਨਕੂਵਰ ਅਤੇ ਨਵੀਂ ਦਿੱਲੀ ਦਰਮਿਆਨ ਉਡਾਨਾਂ ਬੰਦ ਕੀਤੀਆਂ ਜਾ ਰਹੀਆਂ ਨੇ। ਕੁਝ ਸਮੇਂ ਦੇ ਲਈ ਉਡਾਨਾਂ ਬੰਦ ਰਹਿਣਗੇ। ਇਸ ਦਾ ਕਾਰਨ ਵੀ ਏਅਰਲਾਈਨ ਵੱਲੋਂ ਸਪਸ਼ਟ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਇਸ ਸਮੇਂ ਜੋ ਜੰਗ ਲੱਗੀ ਹੋਈ ਹੈ ਉਸ ਕਾਰਨ ਉਡਾਨਾਂ ਦੇ ਉੱਪਰ ਰੋਕ ਲਗਾਈ ਜਾ ਰਹੀ ਹੈ। ਕਦੋਂ ਤੋਂ ਕਿੰਨੀ ਤਾਰੀਖ ਤੱਕ ਇਹ ਰੋਕ ਜਾਰੀ ਰਹਿਣ ਵਾਲੀ ਹੈ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਕੈਨੇਡਾ ਵੱਲੋਂ ਭਾਰਤ ਦੇ ਨਾਲ ਉਡਾਨਾਂ ਬੰਦ ਕੀਤੀਆਂ ਜਾ ਰਹੀਆਂ ਨੇ। ਜੀ ਹਾਂ, ਏਅਰ ਕੈਨੇਡਾ ਵੱਲੋਂ ਉਡਾਨਾਂ ਦੇ ਸੰਬੰਧ ਵਿੱਚ ਵੱਡਾ ਫੈਸਲਾ ਲਿਆ ਗਿਆ
ਜਿੱਥੇ ਵੈਨਕੂਵਰ ਤੋਂ ਦਿੱਲੀ ਸਿੱਧੀਆਂ ਚੱਲਣ ਵਾਲੀਆਂ ਉਡਾਨਾਂ ਦੇ ਉੱਪਰ ਰੋਕ ਲਗਾ ਦਿੱਤੀ ਗਈ। ਇਸ ਦਾ ਕਾਰਨ ਵੀ 에ਅਰ ਕੈਨੇਡਾ ਵੱਲੋਂ ਸਾਂਝਾ ਕੀਤਾ ਗਿਆ, ਜਿੱਥੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਇਸ ਸਮੇਂ ਜੋ ਜੰਗ ਦੇ ਹਾਲਾਤ ਬਣੇ ਹੋਏ ਨੇ, ਇਸ ਕਾਰਨ ਦਿੱਲੀ ਅਤੇ ਵੈਨਕੂਵਰ ਦਰਮਿਆਨ ਉਡਾਨਾਂ ਨੂੰ ਬੰਦ ਕੀਤਾ ਜਾ ਰਿਹਾ ਹੈ। 에ਅਰ ਕੈਨੇਡਾ ਦੇ ਦੱਸਣ ਮੁਤਾਬਕ ਯੂਕਰੇਨ ਅਤੇ ਰਸ਼ੀਆ ਵਿਚਕਾਰ ਜਿਹੜੀ ਜੰਗ ਲੱਗੀ ਹੋਈ ਹੈ, ਇਸ ਕਾਰਨ ਉਹਨਾਂ ਨੂੰ ਦਿੱਲੀ ਵਿੱਚ ਹੋਰ ਰੂਟਸ ਦੇ ਰਾਹੀਂ ਜਾਣਾ ਪੈ ਰਿਹਾ ਸੀ, ਜਿਸ ਕਾਰਨ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਹੀ ਹੁਣ ਉਡਾਨਾਂ ਦੇ ਉੱਪਰ ਰੋਕ ਲਗਾਈ ਜਾ ਰਹੀ ਹੈ। ਇਨ੍ਹਾਂ ਉਡਾਨਾਂ ਦੀ ਮੁੜ ਤੋਂ ਸ਼ੁਰੂਆਤ ਸਤੰਬਰ ਮਹੀਨੇ ਦੌਰਾਨ ਕੀਤੀ ਜਾਵੇਗੀ, ਜਿੱਥੇ ਵੈਨਕੂਵਰ ਅਤੇ ਨਵੀਂ ਦਿੱਲੀ ਵਿਚਕਾਰ ਮੁੜ ਤੋਂ ਉਡਾਨਾਂ 8 ਸਤੰਬਰ ਨੂੰ ਸ਼ੁਰੂ ਹੋਣਗੀਆਂ। ਇਨ੍ਹਾਂ ਦਿਨਾਂ ਦੌਰਾਨ ਜਦੋਂ ਉਡਾਨਾਂ ਬੰਦ ਕੀਤੀਆਂ ਜਾ ਰਹੀਆਂ ਨੇ, ਜੇਕਰ ਕਿਸੇ ਵੱਲੋਂ ਬੁਕਿੰਗ ਕਰਵਾਈ ਗਈ ਹੈ ਤੇ ਆਪਣੇ ਆਪ ਹੀ ਇਸ ਨੂੰ ਰੀਸਕੈਡਿਊਲ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ 에ਅਰ ਕੈਨੇਡਾ ਦਾ ਕਹਿਣਾ ਹੈ ਕਿ ਇਸ ਸਮੇਂ ਜੰਗ ਦੇ ਜਿਹੜੇ ਹਾਲਾਤ ਬਣੇ ਹੋਏ ਨੇ, ਲਗਾਤਾਰ ਇਸ ਦੇ ਉੱਪਰ ਉਹਨਾਂ ਵੱਲੋਂ ਨਜ਼ਰ ਬਣਾਈ ਹੋਈ ਹੈ। ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਹੀ ਅਗਲੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਹੁਣ ਤੱਕ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ, ਉਸ ਮੁਤਾਬਕ ਗਰਮੀਆਂ ਦੇ ਵਿੱਚ ਵੈਨਕੂਵਰ ਤੋਂ ਨਵੀਂ ਦਿੱਲੀ ਤੱਕ ਉਡਾਨਾਂ ਦੇ ਉੱਪਰ ਰੋਕ ਲਗਾਈ ਜਾ ਰਹੀ ਹੈ, ਜਿੱਥੇ 에ਅਰਲਾਈਨ ਵੱਲੋਂ ਦੱਸਿਆ ਗਿਆ ਹੈ ਕਿ ਉਡਾਨਾਂ ਦੇ ਉੱਪਰ ਲਗਾਈ ਗਈ ਰੋਕ ਕਦੋਂ ਤੋਂ ਕਦੋਂ ਤੱਕ ਜਾਰੀ ਰਹਿਣ ਵਾਲੀ ਹੈ। ਅਲਬਰਟਾ ਤੋਂ ਕੋਵਿਡ-19 ਦੇ ਚੌਥੇ ਟੀਕੇ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਦੱਸਿਆ ਗਿਆ ਕਿ ਜਲਦ ਕੋਵਿਡ-19 ਵੈਕਸੀਨ ਦਾ ਚੌਥਾ ਟੀਕਾ ਤੇ ਬੂਸਟਰ ਡੋਜ਼ ਲਗਾਉਣ ਦੀ ਸ਼ੁਰੂਆਤ ਕੀਤੀ ਜਾਏਗੀ। ਪਹਿਲ ਦੇ ਆਧਾਰ ਤੇ ਉੱਪਰ ਇਹ ਟੀਕਾ ਕਿਹਨਾਂ ਨੂੰ ਲਗਾਇਆ ਜਾਵੇਗਾ, ਕੌਣ ਪਹਿਲਾਂ ਲਗਵਾ ਸਕਦੇ ਨੇ, ਇਹ ਵੀ ਪ੍ਰੋਵਿੰਸ ਵੱਲੋਂ ਦੱਸਿਆ ਗਿਆ। ਅਲਬਰਟਾ ਤੋਂ ਕੋਰੋਨਾ ਵਾਇਰਸ ਦੇ ਚੌਥੇ ਟੀਕੇ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ, ਜਿੱਥੇ ਦੱਸਿਆ ਗਿਆ ਕਿ ਅਲਬਰਟਾ ਵਿੱਚ ਇਹ ਚੌਥਾ ਟੀਕਾ ਕਿਹਨਾਂ ਨੂੰ ਲਗਾਇਆ ਜਾਵੇਗਾ। ਹੁਣ ਅਲਬਰਟਾ ਦੇ ਵਿੱਚ ਕਾਫੀ ਲੋਕ ਇਸ ਚੌਥੇ ਟੀਕੇ ਨੂੰ ਹਾਸਲ ਕਰਨ ਵਾਸਤੇ ਐਲੀਜੀਬਲ ਹੋਣਗੇ। 12 ਅਪ੍ਰੈਲ ਤੋਂ ਕੋਵਿਡ-19 ਵੈਕਸੀਨ ਦਾ ਦੂਸਰਾ ਡੋਜ਼ ਲਗਾਉਣ ਦੀ ਸ਼ੁਰੂਆਤ ਕੀਤੀ ਜਾਵੇਗੀ, ਜਿੱਥੇ ਪਹਿਲ ਦੇ ਆਧਾਰ ਦੇ ਉੱਪਰ 70 ਸਾਲ ਤੇ ਇਸ ਤੋਂ ਵੱਧ ਉਮਰ ਵਾਲੇ ਫਰਸਟ ਨੇਸ਼ਨ ਅਤੇ ਹੋਰ ਕਈ ਲੋਕਾਂ ਨੂੰ ਵੈਕਸੀਨ ਲਗਾਉਣ ਦੀ ਸ਼ੁਰੂਆਤ ਕੀਤੀ ਜਾਏਗੀ। ਇਸ ਸਭ ਬਾਰੇ ਸੂਬੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਬਾਰੇ ਜੋ ਜਾਣਕਾਰੀ ਸਾਹਮਣੇ ਆ ਰਹੀ ਹੈ, ਉਸ ਦੇ ਵਿੱਚ ਦੱਸਿਆ ਗਿਆ ਕਿ ਕੋਵਿਡ-19 ਦੇ ਜਿਹੜੇ ਵੇਰੀਐਂਟ ਸਾਹਮਣੇ ਆਏ ਸਨ, ਉਸ ਦੇ ਉੱਪਰ ਇਹ ਟੀਕਾ ਅਸਰਦਾਰ ਸਾਬਿਤ ਹੋਏਗਾ। ਜਿਹੜੇ ਕੋਵਿਡ-19 ਵੈਕਸੀਨ ਦੇ 4 ਟੀਕੇ ਹਾਸਲ ਕਰਨਗੇ, ਉਹਨਾਂ ਨੂੰ ਕੋਰੋਨਾ ਵਾਇਰਸ ਦੇ ਖਿਲਾਫ ਵੱਧ ਸੁਰੱਖਿਆ ਹਾਸਲ ਹੋਵੇਗੀ। ਇਸ ਤੋਂ ਇਲਾਵਾ ਓਨਟਾਰੀਓ ਤੋਂ ਵੀ ਜਾਣਕਾਰੀ ਸਾਹਮਣੇ ਆਈ ਸੀ, ਜਿੱਥੇ ਅੱਜ ਤੋਂ ਹੀ ਚੌਥੇ ਟੀਕੇ ਲਈ ਬੁਕਿੰਗ ਸ਼ੁਰੂ ਕਰ ਦਿੱਤੀ ਗਈ ਹੈ। ਜਿਹੜੇ ਵੀ ਇਹ ਚੌਥਾ ਟੀਕਾ ਲਗਵਾਉਣਾ ਚਾਹੁੰਦੇ ਨੇ, ਉਹ ਬੁਕਿੰਗ ਕਰਵਾ ਸਕਦੇ ਹਨ। ਅੱਜ ਤੋਂ ਇਹ ਚੌਥਾ ਟੀਕਾ ਜਾਣੀ ਕਿ ਦੂਸਰਾ ਬੂਸਟਰ ਡੋਜ਼ ਲਗਾਉਣ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਸੂਬਿਆਂ ਤੋਂ ਲਗਾਤਾਰ ਇਸ ਬਾਰੇ ਜਾਣਕਾਰੀ ਸਾਹਮਣੇ ਆ ਰਹੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀ NACI ਵੱਲੋਂ ਇਸ ਟੀਕੇ ਬਾਰੇ ਆਪਣੀ ਰეკਮੈਂਡੇਸ਼ਨ ਜਾਰੀ ਕੀਤੀ ਗਈ। ਇਸ ਤੋਂ ਪਹਿਲਾਂ ਅਮਰੀਕਾ ਤੋਂ ਜਾਣਕਾਰੀ ਸਾਹਮਣੇ ਆਈ ਸੀ, ਜਿੱਥੇ ਅਮਰੀਕਨਸ ਵਾਸਤੇ ਚੌਥੇ ਕੋਵਿਡ-19 ਵੈਕਸੀਨ ਦੇ ਟੀਕੇ ਨੂੰ ਮਨਜ਼ੂਰੀ ਦਿੱਤੀ ਗਈ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਵੱਲੋਂ ਸੈਕੰਡ ਬੂਸਟਰ ਡੋਜ਼ ਹਾਸਲ ਕਰ ਲਿਆ ਗਿਆ ਹੈ, ਜਿਸ ਦੀ ਜਾਣਕਾਰੀ ਉਹਨਾਂ ਵੱਲੋਂ ਖੁਦ ਸਾਂਝੀ ਕੀਤੀ ਗਈ ਸੀ। ਅੱਜ ਤੋਂ ਓਨਟਾਰੀਓ ਸੂਬੇ ਵਿੱਚ ਕੋਵਿਡ-19 ਵੈਕਸੀਨ ਦੇ ਚੌਥੇ ਟੀਕੇ ਦੇ ਲਈ ਸ਼ੁਰੂਆਤ ਕਰ ਦਿੱਤੀ ਗਈ ਹੈ, ਜਿੱਥੇ ਜਿਹੜੇ ਕੋਵਿਡ-19 ਵੈਕਸੀਨ ਦਾ ਚੌਥਾ ਟੀਕਾ ਲਗਵਾਉਣਾ ਚਾਹੁੰਦੇ ਨੇ, ਉਹ ਇਸ ਵਾਸਤੇ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਨੇ। ਕਿਸ ਤਰ੍ਹਾਂ ਇਹ ਹੋਵੇਗਾ, ਜਾਣੋ ਇਸ ਖਬਰ ਰਾਹੀਂ। ਓਨਟਾਰੀਓ ਦੇ ਵਿੱਚ ਅੱਜ ਤੋਂ ਕੋਵਿਡ-19 ਵੈਕਸੀਨ ਦਾ ਚੌਥਾ ਟੀਕਾ ਲਗਵਾਇਆ ਜਾ ਸਕੇਗਾ। ਜਿਹੜੇ ਵੀ ਇਹ ਵੈਕਸੀਨ ਹਾਸਲ ਕਰਨਾ ਚਾਹੁੰਦੇ ਨੇ, ਉਹ ਇਸ ਵਾਸਤੇ ਬੁਕਿੰਗ ਅੱਜ ਤੋਂ ਹੀ ਕਰਵਾ ਸਕਣਗੇ। ਓਨਟਾਰੀਓ ਦੇ ਵਿੱਚ 60 ਸਾਲ ਤੇ ਇਸ ਤੋਂ ਵੱਧ ਉਮਰ ਵਾਲਿਆਂ ਨੂੰ ਪਹਿਲ ਦੇ ਆਧਾਰ ਦੇ ਉੱਪਰ ਇਹ ਟੀਕਾ ਲਗਾਉਣ ਦੀ ਸ਼ੁਰੂਆਤ ਕੀਤੀ ਜਾਵੇਗੀ, ਜਿਸ ਬਾਰੇ ਪਿਛਲੇ ਦਿਨੀ ਹੀ ਜਾਣਕਾਰੀ ਸਾਹਮਣੇ ਆ ਗਈ ਸੀ। ਪ੍ਰੋਵਿੰਸ ਤੋਂ ਹੁਣ ਇਸ ਵੈਕਸੀਨ ਦੇ ਬਾਰੇ ਜਾਣੀ ਕਿ ਬੂਸਟਰ ਡੋਜ਼ ਦੇ ਬਾਰੇ ਕੀ ਹੋਰ ਵਧੇਰੇ ਜਾਣਕਾਰੀ ਸਾਹਮਣੇ ਆ ਰਹੀ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ। Very reasonable time. Let's just take a step back for a second and look at that fourth dose program. NACI basically said, this is really for those who are at greatest risk, and that means people who are over the age of 80. And in fact, they said, provinces or jurisdictions should really look at rolling this out to those at greatest risk. And I think that's reasonable. But, when you look at where different jurisdictions have set the cutoff, United States said 50, looks like Ontario is going to say 60. The benefit of this fourth dose is likely not going to be as significant as the benefit of the third dose. But there's probably some benefit based on the data we have to date. Of course, we have to timestamp every conversation because we don't have a full picture of, the best data right now. But anyways, I think it's fair to say that a fourth dose will be beneficial for people who have the greatest risk of hospitalization. NACI says those are people over the age of 80, and of course, people who are severely immunocompromised or in long-term care facilities. And you could consider people a bit younger than that. They also said you can consider giving it to people 70 and up.
It looks like Ontario is going to make that cutoff at 60. So I think there's going to be a lot of conversations that people are going to have with their primary care provider to say, you know what, is this right for me? Do I have risk factors? Would I benefit significantly from this fourth dose? ਬ੍ਰਿਟਿਸ਼ ਕੋਲੰਬੀਆ ਲੋਕਾਂ ਦੀ ਪਹਿਲੀ ਪਸੰਦ ਬਣਿਆ ਜਿੱਥੇ 6 ਦਹਾਕਿਆਂ ਦਾ ਰਿਕਾਰਡ ਟੁੱਟ ਗਿਆ। ਬ੍ਰਿਟਿਸ਼ ਕੋਲੰਬੀਆ ਵਿੱਚ ਜ਼ਿਆਦਾ ਮਾਈਗ੍ਰੈਂਟਸ ਆ ਰਹੇ ਨੇ। 2021 ਦੌਰਾਨ ਇਹ ਦੇਖਿਆ ਗਿਆ ਕਿ 1 ਲੱਖ ਤੋਂ ਵੱਧ ਮਾਈਗ੍ਰੈਂਟਸ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆ ਕੇ ਵਸ ਗਏ। ਇਸ ਪਿੱਛੇ ਦਾ ਕਾਰਨ ਵੀ ਸਾਹਮਣੇ ਆਇਆ ਹੈ। ਕੀ ਹੈ ਉਹ ਤੁਹਾਨੂੰ ਦੱਸਾਂਗੇ ਇਸ ਖਬਰ ਵਿੱਚ। ਬ੍ਰਿਟਿਸ਼ ਕੋਲੰਬੀਆ ਸੂਬਾ ਮਾਈਗ੍ਰੈਂਟਸ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ ਕਿਉਂਕਿ ਸਾਲ 2021 ਦੌਰਾਨ ਦੇਖਣ ਦੇ ਵਿੱਚ ਆਇਆ ਕਿ ਵੱਖ-ਵੱਖ ਥਾਵਾਂ ਤੋਂ 1 ਲੱਖ ਤੋਂ ਜ਼ਿਆਦਾ ਮਾਈਗ੍ਰੈਂਟਸ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆ ਗਏ। ਜੋ ਅੰਕੜੇ ਸਾਹਮਣੇ ਆਏ ਨੇ ਉਸ ਨੂੰ ਦੇਖ ਕੇ ਪਤਾ ਚੱਲਦਾ ਹੈ ਕਿ 1961 ਤੋਂ ਬਾਅਦ ਅਜਿਹਾ ਪਹਿਲੀ ਵਾਰ ਹੋਇਆ ਜਦੋਂ ਵੱਧ ਗਿਣਤੀ ਮਾਈਗ੍ਰੈਂਟਸ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆ ਕੇ ਵਸ ਗਏ ਹੋਣ। ਇਸ ਪਿੱਛੇ ਹੁਣ ਕਈ ਕਾਰਨ ਸਾਹਮਣੇ ਆ ਰਹੇ ਨੇ ਕਿ ਕਿਉਂ ਮਾਈਗ੍ਰੈਂਟਸ ਦੀ ਪਹਿਲੀ ਪਸੰਦ ਬ੍ਰਿਟਿਸ਼ ਕੋਲੰਬੀਆ ਬਣ ਗਿਆ। ਇਹਨਾਂ ਤਾਜ਼ਾ ਅੰਕੜਿਆਂ ਨੇ 6 ਦਹਾਕਿਆਂ ਦਾ ਰਿਕਾਰਡ ਤੋੜ ਦਿੱਤਾ। ਸਟੈਟਿਸਟਿਕਸ ਕੈਨੇਡਾ ਵੱਲੋਂ ਤਾਜ਼ਾ ਅੰਕੜੇ ਪੇਸ਼ ਕੀਤੇ ਗਏ ਜਿਸ ਵਿੱਚ ਦੱਸਿਆ ਗਿਆ ਕਿ ਸਾਲ 2021 ਦੌਰਾਨ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ 1,797 ਮਾਈਗ੍ਰੈਂਟਸ ਆਏ। ਇਹ ਮਾਈਗ੍ਰੈਂਟਸ ਕੈਨੇਡਾ ਦੇ ਵੱਖ-ਵੱਖ ਸੂਬੇ ਅਤੇ ਵੱਖ-ਵੱਖ ਦੇਸ਼ਾਂ ਤੋਂ ਇੱਥੇ ਆਏ ਨੇ। ਇਸ ਵਿੱਚੋਂ ਉਨ੍ਹਾਂ ਨੂੰ ਬਾਹਰ ਕੱਢ ਦਿੱਤਾ ਗਿਆ ਜਿਨ੍ਹਾਂ ਨੇ ਸੂਬਾ ਛੱਡ ਦਿੱਤਾ। ਪਿਛਲੇ ਦਿਨੀ ਸੂਬੇ ਤੋਂ ਜਾਣਕਾਰੀ ਸਾਹਮਣੇ ਆਈ ਸੀ ਕਿ ਆਉਣ ਵਾਲੇ ਸਾਲਾਂ ਦੌਰਾਨ ਨੌਕਰੀਆਂ ਦੇ ਵਿੱਚ ਵਾਧਾ ਕੀਤਾ ਜਾਵੇਗਾ। ਇੱਥੇ ਨੌਕਰੀਆਂ ਦੇ ਸੰਬੰਧ ਵਿੱਚ ਓਪਰਚੁਨਿਟੀ ਦਿੱਤੀ ਜਾ ਰਹੀ ਹੈ ਜਿਸ ਤੋਂ ਬਾਅਦ ਮਾਈਗ੍ਰੈਂਟਸ ਦੀ ਪਹਿਲੀ ਪਸੰਦ ਇਹ ਸੂਬਾ ਬਣ ਰਿਹਾ ਹੈ। ਇਸ ਬਾਰੇ ਜੋ ਜ਼ਿਆਦਾ ਡਿਟੇਲ ਸਾਹਮਣੇ ਆਈ ਹੈ ਉਸ ਮੁਤਾਬਕ 33,656 ਲੋਕ ਅਜਿਹੇ ਨੇ ਜਿਹੜੇ ਵੱਖ-ਵੱਖ ਸੂਬੇ ਅਤੇ ਟੈਰੀਟਰੀਜ਼ ਤੋਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਆਏ ਤੇ ਬਾਕੀ ਉਹ ਨੇ ਜਿਹੜੇ ਵੱਖ-ਵੱਖ ਦੇਸ਼ਾਂ ਤੋਂ ਆਏ ਜਾਣੀ ਕਿ 67,141 ਅਜਿਹੇ ਹਨ ਜਿਹੜੇ ਅਬਰੋਡ ਤੋਂ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਆ ਕੇ ਵਸ ਗਏ। ਜ਼ਿਕਰਯੋਗ ਹੈ ਕਿ ਮਿਨਿਸਟਰੀ ਆਫ ਜੌਬਸ ਵੱਲੋਂ ਪਿਛਲੇ ਦਿਨੀ ਜਾਣਕਾਰੀ ਸਾਂਝੀ ਕੀਤੀ ਗਈ ਸੀ ਕਿ ਹੁਣ ਬ੍ਰਿਟਿਸ਼ ਕੋਲੰਬੀਆ ਵੱਲੋਂ ਆਪਣੀ ਆਰਥਿਕਤਾ ਮਜ਼ਬੂਤ ਕੀਤੀ ਜਾਏਗੀ ਤਾਂ ਕਿ ਪੈਂਡੈਮਿਕ ਦੇ ਕਾਰਨ ਜੋ ਅਸਰ ਪਿਆ ਉਸ ਤੋਂ ਬਾਹਰ ਨਿਕਲਿਆ ਜਾ ਸਕੇ। ਬਹੁਤ ਸਾਰੇ ਲੋਕਾਂ ਨੂੰ ਆਉਣ ਵਾਲੇ ਸਮੇਂ ਦੌਰਾਨ ਨੌਕਰੀਆਂ ਦਿੱਤੀਆਂ ਜਾਣਗੀਆਂ। ਸਮੇਂ-ਸਮੇਂ ਦੇ ਉੱਪਰ ਉਹਨਾਂ ਨੌਕਰੀਆਂ ਦੇ ਬਾਰੇ ਵੀ ਸੂਬੇ ਤੋਂ ਜਾਣਕਾਰੀ ਸਾਹਮਣੇ ਆਈ ਹੈ ਜੋ ਕਿ ਹੁਣ ਆਰਥਿਕਤਾ ਦੇ ਵਿੱਚ ਜੁੜਦੀਆਂ ਜਾ ਰਹੀਆਂ ਨੇ ਜੋ ਕਿ ਪਹਿਲਾਂ ਪੈਂਡੈਮਿਕ ਦੇ ਕਾਰਨ ਘੱਟ ਹੋ ਗਈਆਂ ਸਨ। ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਬੇਰੁਜ਼ਗਾਰੀ ਦਰ ਵੀ ਹੇਠਾਂ ਆ ਰਹੀ ਹੈ ਤੇ ਨੌਕਰੀਆਂ ਵੀ ਆਰਥਿਕਤਾ ਦੇ ਵਿੱਚ ਸ਼ਾਮਲ ਹੋ ਰਹੀਆਂ ਨੇ। ਨਾਟੋ ਵੱਲੋਂ ਯੂਕਰੇਨ ਦੇ ਹੱਕ ਦੇ ਵਿੱਚ ਵੱਡਾ ਐਲਾਨ ਕੀਤਾ ਗਿਆ। ਨਾਟੋ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਯੂਕਰੇਨ ਦੀ ਮਦਦ ਕੀਤੀ ਜਾਏਗੀ। ਜੰਗ ਨਾਲ ਜੁੜੀਆਂ ਹੋਈਆਂ ਕਈ ਚੀਜ਼ਾਂ ਹਥਿਆਰ ਨਾਟੋ ਵੱਲੋਂ ਯੂਕਰੇਨ ਨੂੰ ਭੇਜੇ ਜਾ ਰਹੇ ਨੇ। ਦੱਸ ਦਈਏ ਕਿ ਯੂਕਰੇਨ ਵੱਲੋਂ ਲਗਾਤਾਰ ਨਾਟੋ ਤੋਂ ਨੋ ਫਲਾਈ ਜ਼ੋਨ ਏਰੀਆ ਐਲਾਨਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਨਾਟੋ ਅਜਿਹਾ ਨਹੀਂ ਕਰ ਰਿਹਾ। ਪਰ ਅੱਜ ਉਹਨਾਂ ਦਾ ਕਹਿਣਾ ਹੈ ਕਿ ਯੂਕਰੇਨ ਦੀ ਉਹਨਾਂ ਵੱਲੋਂ ਮਦਦ ਕੀਤੀ ਜਾਏਗੀ। ਨਾਟੋ ਵੱਲੋਂ ਯੂਕਰੇਨ ਦੀ ਮਦਦ ਕਰਨ ਦਾ ਫੈਸਲਾ ਕੀਤਾ ਗਿਆ ਜਿੱਥੇ ਉਨ੍ਹਾਂ ਵੱਲੋਂ ਯੂਕਰੇਨ ਨੂੰ ਕਈ ਹਥਿਆਰ ਭੇਜਣ ਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ। ਜੀ ਹਾਂ, ਜੰਗ ਦੇ ਦੌਰਾਨ ਨਾਟੋ ਵੱਲੋਂ ਯੂਕਰੇਨ ਨੂੰ ਹੋਰ ਵੀ ਹਥਿਆਰ ਭੇਜੇ ਜਾਣਗੇ ਜਿਸ ਬਾਰੇ ਨਾਟੋ ਚੀਫ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ। ਇਹ ਫੈਸਲਾ ਇੱਕ ਮੀਟਿੰਗ ਤੋਂ ਬਾਅਦ ਲਿਆ ਗਿਆ ਜਿਸ ਬਾਰੇ ਹੁਣ ਜਾਣਕਾਰੀ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਯੂਕਰੇਨ ਵੱਲੋਂ ਲਗਾਤਾਰ ਨਾਟੋ ਤੋਂ ਮੰਗ ਕੀਤੀ ਜਾ ਰਹੀ ਸੀ ਕਿ ਉਹਨਾਂ ਦੇ ਖੇਤਰ ਨੂੰ ਨੋ ਫਲਾਈ ਜ਼ੋਨ ਏਰੀਆ ਐਲਾਨ ਕੀਤਾ ਜਾਵੇ ਪਰ ਨਾਟੋ ਲਗਾਤਾਰ ਇਸ ਗੱਲ ਤੋਂ ਮਨਾ ਕਰਦਾ ਹੋਇਆ ਦਿਖਾਈ ਦਿੱਤਾ ਕਿ ਉਹਨਾਂ ਵੱਲੋਂ ਅਜਿਹਾ ਨਹੀਂ ਕੀਤਾ ਜਾਵੇਗਾ। ਪਰ ਯੂਕਰੇਨ ਦੇ ਹੱਕ ਦੇ ਵਿੱਚ ਕਾਫੀ ਵਾਰ ਨਾਟੋ ਵੱਲੋਂ ਬਿਆਨ ਦਿੱਤਾ ਗਿਆ ਹੈ। ਹੁਣ ਉਹਨਾਂ ਦਾ ਕਹਿਣਾ ਹੈ ਕਿ ਜੰਗ ਦੇ ਦੌਰਾਨ ਉਹਨਾਂ ਵੱਲੋਂ ਯੂਕਰੇਨ ਦੀ ਮਦਦ ਕੀਤੀ ਜਾਵੇਗੀ। ਯੂਕਰੇਨ ਨੂੰ ਹਥਿਆਰ ਭੇਜਣ ਦੀ ਗੱਲ ਉਹਨਾਂ ਵੱਲੋਂ ਕਹੀ ਗਈ ਹੈ। ਇਸ ਬਾਰੇ ਹੋਰ ਕੀ ਡਿਟੇਲ ਸਾਹਮਣੇ ਆਈ ਹੈ ਆਓ ਤੁਹਾਨੂੰ ਸੁਣਾਉਂਦੇ ਹਾਂ। We agreed that we must further strengthen and sustain our support to Ukraine so that Ukraine prevails in the face of Russia's invasion. Allies are also supporting and stepping up humanitarian aid and financial support. We discussed what more we will do, including cyber security assistance and providing equipment to help Ukraine protect against chemical and biological threats. And of course, they need different types of weapons. And allies are providing them with different types of weapons, and we see the impact of these weapons on the battleground every day because the Ukrainians have been able to inflict severe losses on the invading Russian forces. ਬੁਚਾ ਦੇ ਵਿੱਚ ਜਿਸ ਤਰ੍ਹਾਂ ਦੀ ਘਟਨਾ ਵਾਪਰੀ ਹੈ ਉਸ ਦੇ ਵਿੱਚ ਰਸ਼ੀਆ ਦੀ ਇਨਵੋਲਵਮੈਂਟ ਹੈ। ਇਹ ਜਾਣਕਾਰੀ ਦਿੱਤੀ ਗਈ ਹੈ ਸੂਤਰਾਂ ਤੋਂ। ਉਹਨਾਂ ਦਾ ਕਹਿਣਾ ਹੈ ਕਿ ਕੁਝ ਚੀਜ਼ਾਂ ਉਹਨਾਂ ਵੱਲੋਂ ਅਜਿਹੀਆਂ ਦੇਖੀਆਂ ਗਈਆਂ ਨੇ ਜਿਸ ਬਾਰੇ ਉਹਨਾਂ ਨੇ ਜ਼ਿਕਰ ਕੀਤਾ ਗਿਆ ਜਿਸ ਤੋਂ ਪਤਾ ਚੱਲਦਾ ਹੈ ਕਿ ਇਸ ਵਿੱਚ ਰਸ਼ੀਆ ਦੀ ਮੌਜੂਦਗੀ ਹੈ। ਬੁਚਾ ਦੇ ਵਿੱਚ ਜਿਹੜੇ ਹਾਲਾਤ ਬਣੇ ਇਸ ਪਿੱਛੇ ਰਸ਼ੀਅਨਸ ਦੀ ਇਨਵੋਲਵਮੈਂਟ ਦੇਖੀ ਜਾ ਰਹੀ ਹੈ।
ਇਹ ਜਾਣਕਾਰੀ ਸੋਰਸਸ ਦੇ ਹਵਾਲੇ ਤੋਂ ਸਾਹਮਣੇ ਆ ਰਹੀ ਹੈ, ਜਿਸ ਵਿੱਚ ਦੱਸਿਆ ਜਾ ਰਿਹਾ ਹੈ ਕਿ ਜਰਮਨ ਸੈਟੇਲਾਈਟ ਫੋਟੋਜ਼ ਤੋਂ ਇਹ ਪਤਾ ਚੱਲਦਾ ਹੈ ਕਿ ਬੁੱਚਾ ਦੇ ਵਿੱਚ ਹੋਈਆਂ ਮੌਤਾਂ ਦੇ ਲਈ ਰਸ਼ੀਆ ਦੀ ਇਨਵੋਲਵਮੈਂਟ ਹੈ। ਜਰਮਨ ਨਿਊਜ਼ ਮੈਗਜ਼ੀਨ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਇੰਟੈਲੀਜੈਂਸ ਏਜੰਸੀ ਵੱਲੋਂ ਕੁਝ ਸੁਨੇਹਾਂ ਨੂੰ ਇੰਟਰਸੈਪਟ ਕੀਤਾ ਗਿਆ, ਜਿਸ ਤੋਂ ਪਤਾ ਚੱਲਦਾ ਹੈ ਕਿ ਰਸ਼ੀਆ ਮਿਲਟਰੀ ਸੋਰਸਸ ਵੱਲੋਂ ਬੁੱਚਾ ਦੇ ਬਾਰੇ ਗੱਲਬਾਤ ਕੀਤੀ ਜਾ ਰਹੀ ਹੈ। ਸੂਤਰਾਂ ਦੇ ਹਵਾਲੇ ਤੋਂ ਜਿਹੜੀ ਜਾਣਕਾਰੀ ਸਾਹਮਣੇ ਆਈ ਹੈ, ਉਹਨਾਂ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਕੋਲ ਇਸ ਤਰ੍ਹਾਂ ਦੇ ਇੰਡੀਕੇਸ਼ਨ ਹਨ ਕਿ ਬੁੱਚਾ ਦੇ ਵਿੱਚ ਰਸ਼ੀਆ ਦੀ ਇਨਵੋਲਵਮੈਂਟ ਹੈ, ਪਰ ਸੂਤਰਾਂ ਵੱਲੋਂ ਇਸ ਤੋਂ ਵਧੇਰੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਦੱਸ ਦਈਏ ਕਿ ਬੁੱਚਾ ਦੇ ਵਿੱਚ ਜਿਹੜੇ ਹਾਲਾਤ ਬਣੇ, ਇਸ ਦਾ ਜ਼ਿਕਰ ਯੂਕਰੇਨ ਦੇ ਰਾਸ਼ਟਰਪਤੀ ਵੱਲੋਂ ਵੀ ਕੀਤਾ ਗਿਆ। ਯੂਐਨ ਨੂੰ ਸੰਬੋਧਿਤ ਕਰਦਿਆਂ ਉਹਨਾਂ ਨੇ ਕੁਝ ਅਜਿਹੀਆਂ ਤਸਵੀਰਾਂ ਦਿਖਾਈਆਂ ਜਿੱਥੇ ਦੇਖਿਆ ਜਾ ਸਕਦਾ ਸੀ ਕਿ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ। ਕਾਫੀ ਦਰਦਨਾਕ ਤਸਵੀਰਾਂ ਉਹਨਾਂ ਵੱਲੋਂ ਪੇਸ਼ ਕੀਤੀਆਂ ਗਈਆਂ। ਇਸ ਥਾਂ ਦੇ ਉੱਪਰ ਕਈ ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਦੱਸ ਦਈਏ ਕਿ ਮੈਰੀਆਪੋਲ ਤੋਂ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਇੱਥੇ 5000 ਤੋਂ ਵੱਧ ਦੀ ਮੌਤ ਹੋ ਚੁੱਕੀ ਹੈ। ਇਸ ਬਾਰੇ ਮੇਅਰ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਸ ਸਮੇਂ ਮੈਰੀਆਪੋਲ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ। ਯੂਕਰੇਨ ਤੋਂ ਅਲੱਗ ਤਰ੍ਹਾਂ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ, ਪਰ ਦੂਜੇ ਪਾਸੇ ਰੂਸ ਵੱਲੋਂ ਇਹ ਸਭ ਮੰਨਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਇਸ ਜੰਗ ਨੂੰ ਲੱਗਿਆਂ 1 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ, ਪਰ ਰੂਸ ਵੱਲੋਂ ਅਜੇ ਤੱਕ ਇਸ ਜੰਗ ਨੂੰ ਖਤਮ ਨਹੀਂ ਕੀਤਾ ਜਾ ਰਿਹਾ। ਵੱਖ-ਵੱਖ ਦੇਸ਼ਾਂ ਵੱਲੋਂ ਦਬਾਅ ਬਣਾਇਆ ਜਾ ਰਿਹਾ ਹੈ, ਪਰ ਰੂਸ ਨੇ ਅਜੇ ਜੰਗ ਖਤਮ ਕਰਨ ਦਾ ਐਲਾਨ ਨਹੀਂ ਕੀਤਾ। ਰੂਸ ਦੇ ਖਿਲਾਫ ਯੂਐਨ ਵੱਲੋਂ ਵੱਡੀ ਕਾਰਵਾਈ ਕਰਦਿਆਂ ਪਾਬੰਦੀ ਲਗਾਈ ਗਈ ਹੈ। ਹਿਊਮਨ ਰਾਈਟਸ ਕਾਉਂਸਲ ਦੇ ਵਿੱਚੋਂ ਹੁਣ ਰੂਸ ਨੂੰ ਬਾਹਰ ਕਰ ਦਿੱਤਾ ਗਿਆ। ਲਗਾਤਾਰ ਰੂਸ ਦੇ ਉੱਪਰ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਜੰਗ ਨੂੰ ਖਤਮ ਕਰ ਦੇਣ। ਵੱਖ-ਵੱਖ ਦੇਸ਼ਾਂ ਵੱਲੋਂ ਪਾਬੰਦੀਆਂ ਲਗਾਈਆਂ ਜਾ ਰਹੀਆਂ ਨੇ ਤੇ ਯੂਐਨ ਵੱਲੋਂ ਵੀ ਅੱਜ ਵੱਡਾ ਫੈਸਲਾ ਲਿਆ ਗਿਆ। ਰਸ਼ੀਆ ਦੇ ਖਿਲਾਫ ਵੱਡੀ ਪਾਬੰਦੀ ਲੱਗ ਗਈ ਹੈ। ਜੀ ਹਾਂ, ਯੂਐਨ ਜਨਰਲ ਅਸੈਂਬਲੀ ਵਿੱਚ ਰੂਸ ਦੇ ਖਿਲਾਫ ਵੱਡਾ ਕਦਮ ਚੁੱਕਿਆ ਗਿਆ, ਜਿੱਥੇ ਹੁਣ ਰੂਸ ਨੂੰ ਹਿਊਮਨ ਰਾਈਟਸ ਕਾਉਂਸਲ ਚੋਂ ਬਾਹਰ ਕਰ ਦਿੱਤਾ ਗਿਆ। ਇਸ ਨਾਲ ਸੰਬੰਧਿਤ ਯੂਐਨ ਦੇ ਵਿੱਚ ਵੋਟਿੰਗ ਕਰਵਾਈ ਗਈ ਸੀ, ਜਿਸ ਤੋਂ ਬਾਅਦ ਇਹ ਹੁਣ ਫੈਸਲਾ ਆਇਆ ਹੈ ਕਿ ਰਸ਼ੀਆ ਨੂੰ ਹਿਊਮਨ ਰਾਈਟਸ ਕਾਉਂਸਲ ਚੋਂ ਬਾਹਰ ਕਰ ਦਿੱਤਾ ਗਿਆ ਹੈ। ਜੋ ਵੋਟਾਂ ਕਰਵਾਈਆਂ ਗਈਆਂ ਉਸ ਮੁਤਾਬਕ 93 ਇਸ ਹੱਕ ਦੇ ਵਿੱਚ ਅਤੇ 24 ਵਿਰੋਧ ਦੇ ਵਿੱਚ ਨਜ਼ਰ ਆਈਆਂ। 93 ਵੋਟਾਂ ਇਸ ਹੱਕ ਦੇ ਵਿੱਚ ਹੋਈਆਂ ਕਿ ਰੂਸ ਨੂੰ ਹਿਊਮਨ ਰਾਈਟਸ ਕਾਉਂਸਲ ਚੋਂ ਬਾਹਰ ਕੱਢਿਆ ਜਾਵੇ। ਦਰਅਸਲ ਬੁੱਚਾ ਦੇ ਵਿੱਚ ਜੋ ਕੁਝ ਵੀ ਹੋਇਆ, ਇਸ ਤੋਂ ਬਾਅਦ ਇਹ ਵੱਡਾ ਫੈਸਲਾ ਰੂਸ ਦੇ ਖਿਲਾਫ ਲਿਆ ਗਿਆ। ਯੂਐਨ ਨੂੰ ਸੰਬੋਧਿਤ ਕਰਦਿਆਂ ਯੂਕਰੇਨ ਦੇ ਰਾਸ਼ਟਰਪਤੀ ਵੱਲੋਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਸਨ, ਜਿਸ ਦੇ ਵਿੱਚ ਵੇਖਿਆ ਜਾ ਸਕਦਾ ਸੀ ਕਿ ਬੁੱਚਾ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵੱਖ-ਵੱਖ ਦੇਸ਼ਾਂ ਵੱਲੋਂ ਰੂਸ ਦੇ ਖਿਲਾਫ ਕਾਰਵਾਈ ਕੀਤੀ ਗਈ। ਪਿਛਲੇ ਦਿਨੀ ਅਮਰੀਕਾ ਵੱਲੋਂ ਵੀ ਰੂਸ ਦੇ ਖਿਲਾਫ ਵੱਡੀਆਂ ਪਾਬੰਦੀਆਂ ਦਾ ਐਲਾਨ ਕਰ ਦਿੱਤਾ ਗਿਆ, ਜਿੱਥੇ ਪੁਤਿਨ ਦੀਆਂ ਬੇਟੀਆਂ ਦੇ ਉੱਪਰ ਵੀ ਪਾਬੰਦੀਆਂ ਲਗਾਈਆਂ ਗਈਆਂ। ਜ਼ਿਕਰਯੋਗ ਹੈ ਕਿ 1 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਕਿ ਰੂਸ ਵੱਲੋਂ ਯੂਕਰੇਨ ਦੇ ਉੱਪਰ ਹਮਲਾ ਕੀਤਾ ਗਿਆ। ਇਹ ਜੰਗ ਅਜੇ ਵੀ ਜਾਰੀ ਹੈ। ਲਗਾਤਾਰ ਵੱਖ-ਵੱਖ ਦੇਸ਼ਾਂ ਵੱਲੋਂ ਰੂਸ ਦੇ ਖਿਲਾਫ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਇਸ ਜੰਗ ਨੂੰ ਖਤਮ ਕਰ ਦੇਣ। ਹੁਣ ਯੂਐਨ ਦੇ ਵੱਲੋਂ ਜੋ ਵੱਡਾ ਕਦਮ ਚੁੱਕਿਆ ਗਿਆ, ਇਸ ਸੰਬੰਧ ਵਿੱਚ ਹੋਰ ਕੀ ਜਾਣਕਾਰੀ ਸਾਹਮਣੇ ਆ ਰਹੀ ਹੈ, ਆਓ ਤੁਹਾਨੂੰ ਸੁਣਾਉਂਦੇ ਹਾਂ। 41 votes. The first time we went into the General Assembly. The second time we got 140. And I have no doubt that we can defeat Russia here on the Human Rights Council. They don't deserve to be on the Human Rights Council. Every single country in the General Assembly, they know that. How they vote will be very, very important, and we're engaging with every single country to encourage them to support this effort. And so I don't know that we'll get 140. I know that we will get the 2/3 vote required of those voting to end this. The practical result of it is continued isolation of the Russians, a strong message from the international community that we're not going to allow them to sit in the Human Rights Council. ਫੈਡਰਲ ਸਰਕਾਰ ਵੱਲੋਂ ਅੱਜ ਬਜਟ ਪੇਸ਼ ਕੀਤਾ ਗਿਆ, ਜਿਸ ਵਿੱਚ ਕਾਫੀ ਗੱਲਾਂ ਨਿਕਲ ਕੇ ਸਾਹਮਣੇ ਆਈਆਂ। ਇਸ ਤੋਂ ਪਹਿਲਾਂ ਕਈ ਤਰ੍ਹਾਂ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਸਨ। ਕਿਹਾ ਜਾ ਰਿਹਾ ਸੀ ਕਿ ਫੋਰਨ ਵਾਇਰਸ ਦੇ ਉੱਪਰ ਰੋਕ ਲਗਾਈ ਜਾ ਸਕਦੀ ਹੈ, ਜਿਸ ਤੋਂ ਬਾਅਦ ਮਾਹਰ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦਿਖਾਈ ਦਿੱਤੇ। ਇਹਨਾਂ ਐਕਸਪਰਟਸ ਨੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਮੈਟਰੋ ਵੈਨਕੂਵਰ ਦੀਆਂ ਕੀਮਤਾਂ ਦੇ ਉੱਪਰ ਇਸ ਦਾ ਕੋਈ ਵੀ ਅਸਰ ਨਹੀਂ ਪਵੇਗਾ। ਅੱਜ ਦਾ ਬਜਟ ਕੁਝ ਖਾਸ ਰਹਿਣ ਵਾਲਾ ਹੈ, ਕਿਉਂਕਿ ਇਸ ਦੇ ਵਿੱਚ ਕਾਫੀ ਗੱਲਾਂ ਸਾਹਮਣੇ ਆ ਸਕਦੀਆਂ ਨੇ। ਇਸ ਵਿੱਚ ਇੱਕ ਗੱਲ ਹੈ ਫੋਰਨ ਬਾਇਰਸ ਦੇ ਨਾਲ ਜੁੜੀ ਹੋਈ। ਕਿਹਾ ਜਾ ਰਿਹਾ ਹੈ ਕਿ ਇਸ ਬਜਟ ਦੇ ਰਾਹੀਂ ਫੈਡਰਲ ਸਰਕਾਰ ਵੱਲੋਂ ਰੈਜ਼ੀਡੈਂਸ਼ੀਅਲ ਪ੍ਰਾਪਰਟੀਜ਼ ਖਰੀਦਣ ਵਾਸਤੇ ਫੋਰਨ ਬਾਇਰਸ ਨੂੰ ਬੈਨ ਕੀਤਾ ਜਾ ਸਕਦਾ ਹੈ, ਪਰ ਇਸ ਬਾਰੇ ਮਾਹਰ ਤਾਂ ਕੁਝ ਅਲੱਗ ਹੀ ਵਿਚਾਰ ਰੱਖਦੇ ਨੇ।
ਇਨ੍ਹਾਂ ਐਕਸਪਰਟਸ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਬਜਟ ਦੇ ਵਿੱਚ ਕੁਝ ਇਸ ਤਰ੍ਹਾਂ ਦਾ ਐਲਾਨ ਕਰਦੀ ਹੈ ਜਿਸ ਮੁਤਾਬਕ ਪ੍ਰਾਪਰਟੀ ਖਰੀਦਣ ਦੇ ਲਈ ਫੋਰਨ ਬਾਇਰਸ ਨੂੰ ਬੈਨ ਕੀਤਾ ਜਾਵੇਗਾ ਤਾਂ ਇਸ ਦਾ ਕੋਈ ਵੀ ਅਸਰ ਮੈਟਰੋ ਵੈਨਕੂਵਰ ਪ੍ਰਾਈਸਿਸ ਦੇ ਉੱਪਰ ਨਹੀਂ ਪੈਣ ਵਾਲਾ। ਦੱਸ ਦਈਏ ਕਿ ਬਜਟ ਦੇ ਬਾਰੇ ਕਈ ਤਰ੍ਹਾਂ ਦੀਆਂ ਕਿਆਸ ਅਰਾਈਆਂ ਲਗਾਈਆਂ ਜਾ ਰਹੀਆਂ ਨੇ। ਕਿਹਾ ਜਾ ਰਿਹਾ ਹੈ ਕਿ ਫੈਡਰਲ ਸਰਕਾਰ ਫੋਰਨ ਬਾਇਰਸ ਦੇ ਉੱਪਰ 2 ਸਾਲਾਂ ਲਈ ਰੋਕ ਲਗਾ ਸਕਦੀ ਹੈ, ਪਰ ਲੋਕਲ ਐਕਸਪਰਟਸ ਮੰਨਦੇ ਨੇ ਕਿ ਇਸ ਦੇ ਨਾਲ ਕੋਈ ਬਹੁਤਾ ਫਰਕ ਨਹੀਂ ਪਵੇਗਾ। ਉਨ੍ਹਾਂ ਮੁਤਾਬਕ ਜੋ ਇੰਟਰਸਟ ਰੇਟਸ ਦੇ ਵਿੱਚ ਵਾਧਾ ਹੋਇਆ ਹੈ ਉਸ ਨੂੰ ਪਹਿਲਾਂ ਹੀ ਫੈਡਰਲ ਲਿਬਰਲ ਸਰਕਾਰ ਵਾਸਤੇ ਇੱਕ ਜਿੱਤ ਦੇ ਤੌਰ ਦੇ ਉੱਪਰ ਦੇਖਿਆ ਜਾ ਰਿਹਾ ਹੈ। ਇਸ ਸਭ ਬਾਰੇ UBC ਸੈਂਟਰ ਫਾਰ ਅਰਬਨ ਇਕਨੋਮਿਕਸ ਐਂਡ ਰੀਅਲ ਏਸਟੇਟ ਦੇ ਡਾਇਰੈਕਟਰ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਉਨ੍ਹਾਂ ਮੁਤਾਬਕ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਪਹਿਲਾਂ ਹੀ ਫੋਰਨ ਬਾਇਰ ਟੈਕਸ 20% ਹੈ, ਜਦਕਿ ਕਈ ਥਾਵਾਂ ਦੇ ਉੱਪਰ ਪਿਛਲੇ 2 ਸਾਲਾਂ ਦੌਰਾਨ ਇਹ ਟੈਕਸ 50% ਦੇ ਉੱਪਰ ਪਹੁੰਚ ਗਿਆ। ਉਨ੍ਹਾਂ ਮੁਤਾਬਕ ਜੋ ਬੈਨ ਲਗਾਇਆ ਜਾਵੇਗਾ ਉਹ ਫੋਰਨ ਸਟੂਡੈਂਟਸ, PR, ਫੋਰਨ ਵਰਕਰਸ ਇਹਨਾਂ ਦੇ ਉੱਪਰ ਲਾਗੂ ਨਹੀਂ ਹੋਵੇਗਾ। ਇਸ ਤੋਂ ਇਲਾਵਾ ਇਹ ਰੀਕ੍ਰੀਏਸ਼ਨਲ ਪ੍ਰਾਪਰਟੀਆਂ ਦੇ ਉੱਪਰ ਲਾਗੂ ਨਹੀਂ ਹੋਣ ਵਾਲਾ। ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਅਮੀਰ ਨੇ ਉਹ ਅਮੀਰ ਹੋਣ ਦਾ ਰਸਤਾ ਲੱਭ ਹੀ ਲੈਣਗੇ। ਹਰ ਚੀਜ਼ ਦੇ ਕਈ ਲੂਪ ਹੋਲਸ ਹੁੰਦੇ ਨੇ ਜਿਸ ਦਾ ਫਾਇਦਾ ਉਹਨਾਂ ਵੱਲੋਂ ਚੁੱਕਿਆ ਜਾ ਸਕਦਾ ਹੈ। ਹੁਣ ਦੇਖਣਾ ਹੋਵੇਗਾ ਕਿ ਬਜਟ ਦੇ ਵਿੱਚ ਸਰਕਾਰ ਫੋਰਨ ਬਾਇਰਸ ਦੇ ਬਾਰੇ ਕੀ ਐਲਾਨ ਕਰਦੀ ਹੈ, ਪਰ ਇਸ ਤੋਂ ਪਹਿਲਾਂ ਐਕਸਪਰਟਸ ਦਾ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦਿਖਾਈ ਦੇ ਰਹੇ ਨੇ, ਜਿੱਥੇ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਸਰਕਾਰ ਦੇ ਇਸ ਕਦਮ ਦੇ ਨਾਲ ਕਿੰਨਾ ਫਾਇਦਾ ਹੋ ਸਕਦਾ ਹੈ ਤੇ ਕਿੰਨਾ ਬਦਲਾਅ ਆ ਸਕਦਾ ਹੈ। ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ ਪਹਿਲਾਂ ਦੇ ਮੁਕਾਬਲੇ ਕਰੋਨਾ ਵਾਇਰਸ ਦੇ ਮਾਮਲੇ ਵੱਧ ਹੋਣ ਲੱਗੇ ਨੇ। 6ਵੀਂ ਲਹਿਰ ਦੀ ਸ਼ੁਰੂਆਤ ਇਹਨਾਂ ਸੂਬਿਆਂ ਦੇ ਵਿੱਚ ਹੋ ਚੁੱਕੀ ਹੈ। ਪਹਿਲਾਂ ਦੇ ਮੁਕਾਬਲੇ ਓਨਟਾਰੀਓ ਵਿੱਚ ਵੀ ਕੇਸਿਸ ਵਧ ਰਹੇ ਨੇ ਤੇ ਕਿਊਬੈਕ ਤੋਂ ਵੀ ਇਸ ਤਰ੍ਹਾਂ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ। ਹੁਣ ਪ੍ਰੋਵਿੰਸਸ ਵਿੱਚ ਕਰੋਨਾ ਵਾਇਰਸ ਦੇ ਕੀ ਹਾਲਾਤ ਬਣੇ ਹੋਏ ਨੇ ਤੁਹਾਨੂੰ ਜਾਣੂ ਕਰਵਾਵਾਂਗੇ ਇਸ ਖਬਰ ਰਾਹੀਂ। ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਸ ਵਿੱਚ ਪਹਿਲਾਂ ਦੇ ਮੁਕਾਬਲੇ ਕਰੋਨਾ ਵਾਇਰਸ ਦੇ ਮਾਮਲੇ ਵਧ ਰਹੇ ਨੇ। ਇਨ੍ਹਾਂ ਸੂਬਿਆਂ ਨੂੰ ਹੁਣ ਕਰੋਨਾ ਦੀ 6ਵੀਂ ਲਹਿਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਓਨਟਾਰੀਓ ਵਿੱਚ ਵੀ ਕੇਸਿਸ ਵਧ ਰਹੇ ਨੇ। ਜਾਣਕਾਰੀ ਮੁਤਾਬਕ ਹਸਪਤਾਲ ਵਿੱਚ 1000 ਤੋਂ ਵੱਧ ਮਰੀਜ਼ਾਂ ਦੀ ਗਿਣਤੀ ਹੈ। ਹਸਪਤਾਲ ਵਿੱਚ 1226 ਮਰੀਜ਼ ਦੱਸੇ ਗਏ ਜਿਨ੍ਹਾਂ ਦਾ ਕੋਵਿਡ ਦੇ ਕਰਕੇ ਇਲਾਜ ਚੱਲ ਰਿਹਾ ਹੈ। ਇੰਟੈਂਸਿਵ ਕੇਅਰ ਅਧੀਨ 159 ਦਾ ਅੰਕੜਾ ਸਾਂਝਾ ਕੀਤਾ ਗਿਆ। ਓਨਟਾਰੀਓ ਤੋਂ 24 ਘੰਟਿਆਂ ਦੌਰਾਨ ਕਾਫੀ ਜ਼ਿਆਦਾ ਮਾਮਲੇ ਰਿਕਾਰਡ ਕੀਤੇ ਗਏ, ਜਿੱਥੇ 24 ਘੰਟਿਆਂ ਦੌਰਾਨ 4224 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਪੈਂਡੈਮਿਕ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 11,84,345 ਕੁੱਲ ਕਰੋਨਾ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 24 ਘੰਟਿਆਂ ਦੌਰਾਨ 16 ਲੋਕਾਂ ਦੀ ਮੌਤ ਇਸ ਵਾਇਰਸ ਕਾਰਨ ਹੋ ਗਈ, ਜਿਸ ਤੋਂ ਬਾਅਦ ਮੌਤਾਂ ਦਾ ਅੰਕੜਾ 12,527 ਤੇ ਪਹੁੰਚ ਗਿਆ। ਰਿਕਵਰਡ ਕੇਸਿਸ ਦੀ ਗਿਣਤੀ 11,44,899 ਦੱਸੀ ਗਈ। ਵੈਕਸੀਨੇਸ਼ਨ ਦੀ ਜਾਣਕਾਰੀ ਮੁਤਾਬਕ ਜਿਨ੍ਹਾਂ ਦੀ ਉਮਰ 12 ਸਾਲ ਅਤੇ ਇਸ ਤੋਂ ਵੱਧ ਹੈ ਉਹਨਾਂ ਵਿੱਚ 91% ਆਬਾਦੀ ਇਸ ਸਮੇਂ ਫੁੱਲੀ ਵੈਕਸੀਨੇਟਡ, 92.9% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼, 55.7% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀਆਂ 3 ਡੋਜ਼ਸ ਹਾਸਲ ਕੀਤੀਆਂ ਗਈਆਂ। 5 ਸਾਲ ਤੋਂ 11 ਸਾਲ ਵਾਲਿਆਂ 'ਚ 55.8% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼, 33.3% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀਆਂ 2 ਡੋਜ਼ਸ ਹਾਸਲ ਕੀਤੀਆਂ ਗਈਆਂ। ਇੱਥੇ ਟੈਸਟ ਪੋਜ਼ਿਟਿਵਿਟੀ ਰੇਟ 17.2% ਦਰਜ ਕੀਤਾ ਗਿਆ। ਕਿਊਬੈਕ ਵਿੱਚ ਵੀ ਪਹਿਲਾਂ ਦੇ ਮੁਕਾਬਲੇ ਕਰੋਨਾ ਵਾਇਰਸ ਦੇ ਮਾਮਲੇ ਵੱਧ ਹੋਣ ਲੱਗੇ ਨੇ। ਇੱਥੇ ਸੂਬੇ ਤੋਂ 24 ਘੰਟਿਆਂ ਦੌਰਾਨ 3000 ਤੋਂ ਜ਼ਿਆਦਾ ਮਾਮਲੇ ਦਰਜ ਕੀਤੇ ਗਏ। ਹਸਪਤਾਲ ਵਿੱਚ 1582 ਦੀ ਗਿਣਤੀ ਦੱਸੀ ਗਈ। ਇੰਟੈਂਸਿਵ ਕੇਅਰ ਅਧੀਨ 64 ਨੇ। 24 ਘੰਟਿਆਂ ਦੌਰਾਨ ਪ੍ਰੋਵਿੰਸ ਤੋਂ 3777 ਕੁੱਲ ਕਰੋਨਾ ਦੇ ਮਾਮਲੇ ਸਾਹਮਣੇ ਆਏ। 28 ਮੌਤਾਂ ਇਸ ਵਾਇਰਸ ਕਾਰਨ ਬੀਤੇ 24 ਘੰਟੇ ਦੌਰਾਨ ਹੋ ਗਈਆਂ। ਪੈਂਡੈਮਿਕ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ 9,99,077 ਕਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਨੇ। 14,482 ਮੌਤਾਂ ਇਸ ਵਾਇਰਸ ਕਾਰਨ ਹੋ ਗਈਆਂ ਨੇ। ਵੈਕਸੀਨੇਸ਼ਨ ਦੀ ਜਾਣਕਾਰੀ ਮੁਤਾਬਕ 91% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀ ਪਹਿਲੀ ਡੋਜ਼, 87% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀਆਂ 2 ਡੋਜ਼, 53% ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਦੀਆਂ 3 ਡੋਜ਼ਸ ਹਾਸਲ ਕੀਤੀਆਂ ਗਈਆਂ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨ। ਕੈਨੇਡਾ ਵਾਲੇ ਮੁਫਤ ਕਰਵਾਉਣਗੇ ਦੰਦ ਠੀਕ, ਜਗਮੀਤ ਸਿੰਘ ਨੇ ਕੀਤਾ ਵਾਅਦਾ ਪੂਰਾ। ਬਜਟ ਵਿੱਚ ਇਮੀਗ੍ਰੇਸ਼ਨ ਬਾਰੇ ਐਲਾਨ, PR ਦੇ ਸਵਾਗਤ ਵਾਸਤੇ ਵੀ ਐਲਾਨ। ਪਹਿਲੀ ਵਾਰ ਘਰ ਖਰੀਦਣਾ ਹੋਇਆ ਸੌਖਾ, ਹੁਣ ਟੈਕਸ ਤੋਂ ਮਿਲੇਗੀ ਰਾਹਤ। ਸਰਕਾਰ ਨੇ ਕੀਤਾ ਬਜਟ ਪੇਸ਼, ਜਾਣੋ ਕੀ ਰਿਹਾ ਬਜਟ ਦੇ ਵਿੱਚ ਖਾਸ। ਕੈਨੇਡਾ ਵੱਲੋਂ ਭਾਰਤ ਨਾਲ ਉਡਾਨਾਂ ਬੰਦ, 에ਅਰ ਕੈਨੇਡਾ ਨੇ ਲਿਆ ਫੈਸਲਾ। ਖਬਰਾਂ ਦੀ ਇਸ ਬੁਲੇਟਿਨ ਵਿੱਚ ਇੰਨਾ ਹੀ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਸੰਗੇੜਾ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ TV ਪੰਜਾਬ।